सतनाम श्री वाहेगुरु जी। गोंड टूटे तागे निखुटी पान, द्वार ऊपर चिलकावह कान। टूटे तागे निखुटी पान, द्वार ऊपर चिलकावह कान। कूच बेचारे फूए फाल, या मुंडिया सिर चढ़बो काल। एह मुंडिया सगलो द्रब खोई, आवत जात नाक सर होई। रहाव तुरी नार की छोड़ी बाता, राम नाम वाका मन राता। लड़की लड़कन खैबो नाहे, मुंडिया आन दिन धापे जाहे। एक दोए मंदर एक दोए बाट, हम को साथर उन को खाट। मूड पलोस कमर बंद पोथी, हम को चाबन उन को रोटी। मुंडिया मुंडिया हुए एक, ये मुंडिया बूढ़त की टेक। सोन अंधली लोई बेपीरा, इन मुंडियन भज शरण कबीर। सोन अंधली लोई बेपीर, इन मुंडियन भज शरण कबीर। वाहेगुरु जी का खालसा, वाहेगुरु जी की फतेह। परम सन्मानयोग दसां ही पातशाहियां दी जोत श्री गुरु ग्रंथ साहिब जी दी पावन पवित्र हजूरी विच विराजमान बहुत ही सन्मानयोग गुरु स्वरूप साध संगत जी, भागां वाले हो। गुरु चरनां विच बराज के गुरु सवारे भाई साहब महेंद्र सिंह जी मिठा टिवाणा वालियां तो गुरबाणी दे मनोर कीर्तन सरवण करके लाहे प्राप्त कर रहे सो। गुरु संगत जी लड़ीवार जो भगत बाणी दी कथा विचार दा सिलसिला निरंतर जारी है। एक शब्द गोंड राग दा जो आप जी ने सरवण किया है, भगत कबीर जी का ये पवित्र शब्द श्री गुरु ग्रंथ साहिब महाराज जी के पावन अंग 871 ते सुभायमान है। जिस तरह रात्रि के दीवाना विच अक्सर दास संगतां दे चरनां विच बेनती करया करदा है कि गुरु संगत जी वैसे तो कथा किसी भी शब्द की होवे, वो गुरबाणी पाठ गुरबाणी कीर्तन ढाडी वारां दे मुकाबले ते
ਜ਼ਿਆਦਾ ਧਿਆਨ ਮੰਗਦੀ ਹੈ। ਪਰ ਖਾਸ ਕਰਕੇ ਜਦੋਂ ਭਗਤਾਂ ਦੀ ਬਾਣੀ ਦੀ ਕਥਾ ਵਿਚਾਰ ਹੋਵੇ, ਕਿਉਂਕਿ ਮਹਿੰਗੀ ਬਾਣੀ ਹੈ, ਲਿਹਾਜ਼ਾ ਥੋੜ੍ਹੀ ਜਿਹੀ ਤਵੱਜੋ ਵਧੇਰੇ, ਸੁਰਤ ਤੇ ਪ੍ਰੈਸ਼ਰ ਵਧੇਰੇ ਦੇਣ ਦੀ ਜ਼ਰੂਰਤ ਹੁੰਦੀ ਹੈ। ਥੋੜ੍ਹਾ ਜਿਹਾ ਵੀ ਧਿਆਨ, ਥੋੜ੍ਹਾ ਜਿਹਾ ਵੀ ਸੁਰਤ ਪਾਸੇ ਚਲੀ ਜਾਏ ਤਾਂ ਫਿਰ ਕਈ ਵਾਰ ਗੱਲ ਸਮਝ ਵਿੱਚ ਨਹੀਂ ਆਉਂਦੀ। ਅੱਜ ਵਾਲਾ ਸ਼ਬਦ ਵੀ ਬਹੁਤ ਮਹਿੰਗਾ ਸ਼ਬਦ ਹੈ। ਉਹ ਥੋੜ੍ਹੇ ਜਿਹੇ ਮਿੰਟਾਂ ਵਿੱਚ ਮੈਂ ਤੁਹਾਡੇ ਸਾਹਮਣੇ ਐਕਸਪਲੇਨ ਕਰਨ ਦਾ ਯਤਨ ਕਰਨਾ ਹੈ, ਜੋ ਬਚਿਆ ਹੋਇਆ ਸਮਾਂ ਹੈ। ਜਿਤਨੇ ਕੁ ਸਰੀਰ ਗੁਰੂ ਚਰਨਾਂ ਵਿੱਚ ਬੈਠੇ ਹੋ, ਆਰੰਭਕ ਬੇਨਤੀ ਹੈ, ਆਪ ਜੀ ਨੇ ਅਸੀਸ ਦੇਣੀ, ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨੀ। ਆਓ ਇੱਕ ਵਾਰ ਸਾਰੇ ਰਸਨਾ ਪਵਿੱਤਰ ਕਰੀਏ, ਪਿਆਰ ਨਾਲ ਆਖੀਏ ਜੀ ਸਤਿਨਾਮ ਸ੍ਰੀ। ਜਿਨ੍ਹਾਂ ਜਿਨ੍ਹਾਂ ਨੇ ਐਤਕੀ ਨਹੀਂ ਆਖਿਆ, ਹੁਣ ਉਹ ਵੀ ਆਖੋ ਸਤਿਨਾਮ ਸ੍ਰੀ। ਹਾਰਦਿਕ ਧੰਨਵਾਦ। ਆਪ ਜੀ ਬੇਨਤੀ ਪ੍ਰਵਾਨ ਕਰ ਲੈਂਦੇ ਹੋ। ਅੱਜ ਦਾ ਸ਼ਬਦ ਤੇ ਭਗਤ ਕਬੀਰ ਸਾਹਿਬ ਦਾ ਹੀ ਹੈ। ਬੜੇ ਧਿਆਨ ਨਾਲ ਆਰੰਭਕ ਬੇਨਤੀ ਸੁਣਨੀ। ਇਹ तमाम ਬੋਲ ਜਿਹੜੇ ਨੇ, ਇਹ ਜੋ ਕਾਵ ਹੈ, ਰਚਨਾ ਹੈ, ਇਹ ਕਬੀਰ ਸਾਹਿਬ ਦੀ ਹੈ। ਪਰ ਦਰਅਸਲ ਕਬੀਰ ਸਾਹਿਬ ਦੇ ਘਰ ਵਿੱਚ ਜਿਹੜਾ ਵਾਕਿਆ ਹੋਇਆ, ਉਸ ਵਾਕਿਆ ਨੂੰ ਉਹਨਾਂ ਨੇ ਆਪਣੇ ਬੋਲਾਂ ਵਿੱਚ ਸੰਜੋ ਕੇ ਸਾਨੂੰ ਦੱਸਿਆ ਵੀ ਮੇਰੇ ਘਰ ਦਾ ਵਾਤਾਵਰਨ ਇੱਕ ਵਾਰੀ ਇਸ ਤਰ੍ਹਾਂ ਦਾ ਵੀ ਬਣ ਗਿਆ ਸੀ। ਦਰਅਸਲ ਗੁਰਮਤਿ ਦਾ ਇੱਕ ਪਹਿਲੂ ਹੈ, ਉਹ ਕੀ ਹੈ ਕਿ ਰੱਬ ਦੀ ਭਗਤੀ ਕਰਨ ਵਾਲੇ ਲੋਕ ਜਿਹੜੇ ਨੇ, ਆਮ ਤੌਰ ਤੇ ਸੰਸਾਰੀਆਂ ਦੀ ਉਹਨਾਂ ਨਾਲ ਆਈਡੀਓਲੋਜੀ ਮੈਚ ਨਹੀਂ ਕਰਦੀ। ਤੁਸੀਂ ਜਿਹੜੇ ਪਿੰਡਾਂ ਥਾਵਾਂ ਤੋਂ ਆਏ ਹੋ, ਤੁਸੀਂ ਵੇਖਿਆ ਹੋਵੇਗਾ ਕਈ ਗੁਰਮੁਖ ਪਿਆਰੇ ਗੁਰੂ ਘਰ ਨੂੰ ਜ਼ਿਆਦਾ ਸਮਾਂ ਦੇਣ, ਕਿਸੇ ਨੇੜੇ ਕਾਰ ਸੇਵਾ ਵਾਲੇ ਬਾਬੇ ਦੇ ਆਖੇ ਸੇਵਾ ਲਿਖਾ ਦੇਣ, ਮਹੀਨੇ 2 ਮਹੀਨੇ, ਸਾਲ 2 ਸਾਲ ਦੀ, ਹੋਰ ਇਸ ਤਰ੍ਹਾਂ ਦੇ ਕੰਮਾਂ 'ਚ ਹਿੱਸਾ ਲੈਣ ਨਾ, ਤੇ ਆਮ ਤੌਰ ਤੇ ਉਹਨਾਂ ਦਾ ਪਰਿਵਾਰ ਵੀ ਆਹਿਸਤਾ ਆਹਿਸਤਾ ਉਹਨਾਂ ਦੀ ਆਲੋਚਨਾ ਕਰਨ ਲੱਗ ਪੈਂਦਾ ਕਿ ਤੁਹਾਨੂੰ ਤੇ ਘਰ ਦਾ ਫਿਕਰ ਹੀ ਕੋਈ ਨਹੀਂ, ਤੁਸੀਂ ਬਾਬਿਆਂ ਨਾਲ ਹੀ ਤੁਰੇ ਫਿਰਦੇ ਹੋ, ਕਦੀ ਕਿਸੇ ਗੁਰਦੁਆਰੇ, ਕਦੀ ਕਿਸੇ ਗੁਰਦੁਆਰੇ। ਗੁਰਮਤਿ ਦਾ ਸਿਧਾਂਤ ਇਹ ਹੈ ਵੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹ ਫੈਸਲਾ ਹੈ ਗੁਰਮਤਿ ਦਾ। ਸੰਸਾਰੀ ਰੱਬ ਦੇ ਰਾਹ ਤੇ ਤੁਰਨ ਵਾਲੇ ਦੀ ਆਲੋਚਨਾ ਕਰਨ ਤੇ ਸਮਝ ਲਓ ਵੀ ਬਾਤ ਬਣ ਗਈ ਹੈ। ਜਦੋਂ ਪਰਿਵਾਰ ਵੀ ਆਲੋਚਨਾ ਕਰਨ ਲੱਗ ਪਵੇ, ਇਹ ਪੈਰਾਮੀਟਰ ਹੈ ਵੀ ਸਮਝ ਲਓ, ਸ਼ੁਕਰਾਨਾ ਕਰੋ ਵੀ ਮੇਰੀ ਬਾਤ ਬਣ ਗਈ ਹੈ। ਹੁਣ ਮੇਰੀ ਭਰਪੂਰ ਆਲੋਚਨਾ ਹੋ ਰਹੀ ਹੈ, ਨਿੰਦਾ ਹੋ ਰਹੀ ਹੈ। ਹੁਣ ਤੇ ਸਾਰੇ ਹੀ ਕਹਿ ਰਹੇ ਨੇ ਇਹਨੂੰ ਫਿਕਰ ਫਾਕਾ ਹੀ ਕੋਈ ਨਹੀਂਗਾ, ਹੁਣ ਗੱਲ ਬਣ ਗਈ ਹੈ। ਉਧਰਲੀ ਪਕੜ ਥੋੜੀ ਢਿੱਲੀ ਹੋ ਗਈ ਹੈ, ਰੱਬ ਵਾਲੇ ਪਾਸੇ ਥੋੜੀ ਜੀ ਪਕੜ ਬਣਨੀ ਸ਼ੁਰੂ ਹੋ ਗਈ ਹੈ। ਸੰਗਤ ਜੀ, ਭਾਵੇਂ ਪਰਿਵਾਰ ਵਿੱਚ ਮਾਤਾ ਹੈ, ਭਾਵੇਂ ਪਿਤਾ ਹੈ, ਪਤਨੀ ਹੈ, ਪਤੀ ਹੈ, ਬੇਟੀ ਹੈ, ਬੇਟਾ ਹੈ, ਭਰਾ ਭਰਜਾਈ ਹੈ, ਭੈਣ ਭਣੂਜਾ ਨੇ, ਇਹਨਾਂ ਦੀ ਖੁਸ਼ੀ ਦਾ ਇੱਕੋ ਹੀ ਸੂਤਰ ਹੈ ਵੀ ਤੁਸੀਂ ਦੂਜਿਆਂ ਦੇ ਮੁਕਾਬਲੇ ਤੇ ਜ਼ਿਆਦਾ ਕਮਾਓ, ਲਿਵਿੰਗ ਸਟੈਂਡਰਡ ਨੂੰ ਮੇਨਟੇਨ ਕਰੋ। ਕਹਿੰਦੇ ਸਾਡੀ ਇੱਜ਼ਤ ਰੱਖ ਲਈ ਇਹਨੇ ਸਾਡਾ ਨਾਮ ਰੋਸ਼ਨ ਕਰ ਦਿੱਤਾ ਹੈ। ਭਾਵੇਂ ਉਹ ਚੀਟ ਕਰਕੇ ਹੀ ਉਹਨੇ ਕੀਤਾ ਹੋਵੇ, ਮੈਂ ਖਿਮਾ ਮੰਗ ਲਵਾਂ, ਭਾਵੇਂ ਉਹਨੇ ਕੋਈ ਸ਼ਾਰਟਕਟ ਹੀ ਮਾਰਿਆ ਹੋਵੇ, ਪਰ ਸਾਡੇ ਸੰਸਾਰੀਆਂ ਦਾ ਪੈਰਾਮੀਟਰ ਇਹ ਹੈ ਵੀ ਦੂਜਿਆਂ ਦੇ ਮੁਕਾਬਲੇ ਤੇ ਤੂੰ ਧਨ ਜ਼ਿਆਦਾ ਲਿਆ, ਸਾਡੀ ਕੋਠੀ ਦੂਜਿਆਂ ਨਾਲੋਂ ਵੱਡੀ ਤੇ ਚੌੜੀ ਲੰਮੀ ਹੋਣੀ ਚਾਹੀਦੀ ਹੈ, ਤੇ ਕੋਈ ਕਿੱਲਾ 2 ਕਿੱਲੇ ਨਾਲ ਜ਼ਮੀਨ ਵਿਕਦੀ ਹੈ ਤੇ ਉਹ ਕਿਸੇ ਨੂੰ ਲੈਣ ਨਹੀਂ ਦੇਣੀ, ਭਾਵੇਂ ਰੇਟ ਚੜਾ ਕੇ ਲੈਣੀ ਪਵੇ, ਲੈਣੀ ਆਪਾਂ ਹੀ ਆਈ ਵਾਰਾਂ ਵੀ ਫਲਾਣੇ ਦਾ ਮੁੰਡਾ ਉੱਠਿਆ ਹੈ, ਬੜਾ ਲਾਇਕ ਹੈ, ਉਹਨੇ ਤੇ ਫੜ ਕੇ ਘਰ ਦਾ ਮੂੰਹ ਧੋ ਕੇ ਰੱਖ ਦਿੱਤਾ। ਇੱਦਾਂ ਵੀ ਕਹਿੰਦੇ ਨੇ।
ਇਹ ਦ੍ਰਿਸ਼ਟੀ ਹੈ, ਇਹ ਆਈਡੀਓਲੋਜੀ ਹੈ, ਇਹ ਸੋਚ ਹੈ ਆਮ ਲੋਕਾਂ ਦੀ। ਉਹਨੂੰ ਮੈਂ ਕੰਡੈਮ ਨਹੀਂ ਕਰਦਾ, ਉਹ ਆਪਣੀ ਜਗ੍ਹਾ ਮੁਬਾਰਕ ਨੇ। ਭਗਤ ਪ੍ਰਸੰਨ ਹੁੰਦੇ ਨੇ ਜਦੋਂ ਕੋਈ ਨਾਮ ਰੂਪੀ ਧਨ ਇਕੱਠਾ ਕਰਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜਾ ਧਨ ਹੈ ਇਹ ਕਿਸੇ ਨੇ ਇੱਥੇ ਜ਼ਿਆਦਾ ਛੱਡ ਜਾਣਾ ਹੈ, ਕਿਸੇ ਨੇ ਥੋੜਾ ਛੱਡ ਜਾਣਾ ਹੈ, ਛੱਡ ਸਾਰਿਆਂ ਜਾਣਾ। ਸਾਡੀ ਜ਼ਰੂਰਤ ਹੈ, ਰਿਕੁਆਇਰਮੈਂਟ ਹੈ, ਕਮਾਣਾ ਇਹਨੂੰ। ਇਹ ਧਨ ਕਮਾਣ ਤੋਂ ਗੁਰਮਤ ਵਿਵਰਜਿਤ ਨਹੀਂ ਕਰਦੀ, ਜੋ ਮੈਨੂੰ ਹੁਣ ਤੱਕ ਸਿੱਖੀਜ਼ਮ ਸਮਝ ਵਿੱਚ ਆਈ ਹੈ। ਗੁਰਮਤ ਸਾਨੂੰ ਬੈਲੈਂਸ ਬਣਾਉਣ ਦੀ ਗੱਲ ਕਰਦੀ ਹੈ, ਸੰਤੁਲਨ ਬਣਾਉਣ ਦੀ ਗੱਲ ਕਰਦੀ ਹੈ। ਸਮੇਂ ਦੀ ਵੰਡ ਬਣਾ ਲਓ, ਗੁਜ਼ਰਾਨ ਵਾਸਤੇ ਕਿਤਨਾ ਕਮਾਣਾ ਹੈ ਔਰ ਅੱਗਾ ਕਿਤਨਾ ਕੁ ਸਵਾਰਨਾ ਹੈ, ਸੰਤੁਲਨ ਬਣ ਜਾਏ। ਤੁਸੀਂ 8 ਘੰਟੇ 10 ਘੰਟੇ ਕੰਮ ਕਰੋ, ਧਨ ਕਮਾਓ, ਮੁਬਾਰਕ ਹੈ, ਪਰ ਕਮ ਸੇ ਕਮ 20 ਮਿੰਟ 30 ਮਿੰਟ 40 ਮਿੰਟ 1 ਘੰਟਾ ਸੰਗਤ ਵਾਸਤੇ ਵੀ ਕੱਢ ਲਓ। ਪੂਰਾ ਅੱਧਾ ਨਹੀਂ ਕੱਢ ਸਕਦੇ ਤੇ ਜਿਸ ਤਰ੍ਹਾਂ ਆਪ ਜੀ ਪਿਆਰ ਨਾਲ ਬੈਠੇ ਹੋਏ ਹੋ। ਅੱਜ ਦਾ ਸ਼ਬਦ ਉਸ ਦਾ ਆਈਡੀਆ ਇਹ ਹੈ ਕਿ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਕਰਤਾ ਆਪ ਅਭੁੱਲ ਹੈ, ਨਾ ਭੁੱਲੈ ਕਿਸੇ ਦਾ ਭੁਲਾਇਆ। ਭਗਤ ਆਪੇ ਮੇਲੀਅਨ ਜਿਨ ਸੱਚੋ ਸੱਚ ਕਮਾਇਆ। ਮਨਮੁਖ ਆਪ ਖੁਆਇਨ ਜਿਨ ਕੂੜ ਬੋਲ ਬੋਲ ਬਿਖ ਖਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਫੁਰਮਾਨ ਕਰਦੇ ਨੇ, ਭਗਤਾਂ ਦਾ ਤੇ ਸੰਸਾਰੀਆਂ ਦਾ ਜੋੜ ਨਹੀਂ ਬੈਠਦਾ। ਉਹਨਾਂ ਦੀ ਜਿਹੜੀ ਸੋਚ ਹੈ ਉਹ ਇੱਕ ਦੂਜੇ ਦੇ ਵਿਪਰੀਤ ਹੁੰਦੀ ਹੈ। ਵੈਸੇ ਵੀ ਮੈਂ ਅਰਜ਼ ਕਰਦਿਆਂ ਵੀ ਭਗਤ ਦੀ ਪਰਿਭਾਸ਼ਾ ਵਿੱਚ ਗੁਰਬਾਣੀ ਵਿੱਚ ਲਿਖਿਆ ਹੈ ਬਈ ਉਹਦਾ ਲਾਈਫ ਸਟਾਈਲ ਬਿਲਕੁਲ ਡਿਫਰੈਂਟ ਹੁੰਦਾ ਹੈ। ਕੀ ਡਿਫਰੈਂਟ ਹੁੰਦਾ ਹੈ? ਸ਼ਬਦ ਤੇ ਤੁਸੀਂ ਰੋਜ਼ ਪੜ੍ਹਦੇ ਹੋ, ਸੁਣਦੇ ਹੋ, ਪਰ ਕਈ ਵਾਰ ਬੇਧਿਆਨਾ ਪੜ੍ਹਿਆ ਜਾਂਦਾ ਹੈ, ਬੇਧਿਆਨਾ ਸੁਣਿਆ ਜਾਂਦਾ ਹੈ। ਹਜ਼ੂਰ ਰੋਜ਼ ਯਾਦ ਕਰਾਉਂਦੇ ਨੇ, ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ। ਹੁਣ ਸੰਗਤ ਜੀ, ਚਾਲ ਨਿਰਾਲੀ ਦਾ ਮਤਲਬ ਇਹ ਨਹੀਂ ਵੀ ਉਹ ਪੁੱਠੇ ਪੈਰੀਂ ਤੁਰਦੇ ਨੇ। ਇਹ ਫਿਜ਼ੀਕਲ ਵਾਕ ਦੀ ਗੱਲ ਨਹੀਂ ਹੋ ਰਹੀ। ਭਗਤਾਂ ਕੀ ਚਾਲ ਨਿਰਾਲੀ ਮੀਨਜ਼ ਭਗਤਾਂ ਦਾ ਜੀਵਨ ਜਾਚ ਵੱਖਰੀ ਹੁੰਦੀ ਹੈ, ਲਾਈਫ ਸਟਾਈਲ ਥੋੜਾ ਜਿਹਾ ਦੂਜਿਆਂ ਨਾਲੋਂ ਅਲੱਗ ਹੁੰਦਾ, ਡਿਫਰੈਂਟ ਹੁੰਦਾ ਹੈ। ਅੱਛਾ, ਡਿਫਰੈਂਟ ਕੀ ਹੁੰਦਾ ਹੈ? ਫਿਰ ਹਜ਼ੂਰ ਨੇ ਉਹਨੂੰ ਐਕਸਪਲੇਨ ਕੀਤਾ। ਫਿਰ ਦੁਹਰਾ ਕੇ ਕਹਿੰਦੇ ਨੇ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਬਿਖਮ ਮਾਰਗ, ਔਖੇ ਰਸਤੇ ਤੇ ਚੱਲਦੇ ਨੇ। ਹੁਣ ਸਾਨੂੰ ਪਤਾ ਹੋਵੇ ਵੀ ਅਸੀਂ ਜਿਹੜੀ ਮੰਜ਼ਿਲ ਤੇ ਭੂਗੋਲਿਕ ਪੱਖੋਂ ਪਹੁੰਚਣਾ ਹੈ, ਆਹ ਰਸਤਾ ਸੌਖਾ ਹੈ, ਆਹ ਔਖਾ ਹੈ, ਅਸੀਂ ਸੌਖਾ ਚੁਣਾਂਗੇ। ਭਗਤ ਔਖਾ ਰਸਤਾ ਚੁਣਦੇ ਨੇ। ਬੜਾ ਔਖਾ ਰਸਤਾ ਹੈ। ਜਨੇਊ ਉਤਰਿਆ ਸਨਾਤਨੀਆਂ ਦਾ, ਤਿਲਕ ਪੂੰਝਿਆ ਜਾ ਰਿਹਾ ਹਿੰਦੂਆਂ ਦਾ। ਔਰ ਗੁਰੂ ਤੇਗ ਬਹਾਦਰ ਸਾਹਿਬ ਕਾਸ਼ਮੀਰੀ ਪੰਡਤਾਂ ਨੂੰ ਕਹਿੰਦੇ ਨੇ ਵੀ ਕਾਸ਼ਮੀਰ ਦੇ ਗਵਰਨਰ ਨੂੰ ਕਹਿ ਦਿਓ ਵੀ ਜੇ ਸਿੱਖਾਂ ਦਾ 9ਵਾਂ ਗੁਰੂ ਤੇਗ ਬਹਾਦਰ ਇਸਲਾਮ ਕਬੂਲ ਕਰ ਲਏ ਤੇ ਅਸੀਂ ਸਾਰਾ ਸਨਾਤਨ ਮਾਤੀ ਇਸਲਾਮ ਕਬੂਲ ਕਰ ਲਾਂਗੇ। ਹੁਣ ਹਕੂਮਤ ਬੜੀ ਖੁਸ਼ ਹੈ ਵੀ ਇੱਕ ਵਿਅਕਤੀ ਨੂੰ ਇਤਨਾ ਟੌਰਚਰ ਕੀਤਾ ਜਾ ਸਕਦਾ, ਤੋੜਿਆ ਜਾ ਸਕਦਾ ਵੀ ਉਹਨੂੰ ਮਨਾ ਲਿਆ ਜਾਏ। ਇੱਕ ਜਣੇ ਨੂੰ ਮਨਾਣਾ ਹੈ ਨਾ, ਪੂਰਾ ਦੇਸ਼ ਜਿਹੜਾ ਜਿੱਤਿਆ ਜਾਏਗਾ, ਉਹਨੂੰ ਲਾਲਚ ਦਿੱਤਾ ਜਾ ਸਕਦਾ। ਹੁਣ ਇੱਕ ਬੰਦੇ ਦੀ ਕੈਪੈਸਿਟੀ 20 ਡਾਂਗਾਂ ਖਾਣ ਦੀ, ਉਹਨੂੰ 30 ਮਾਰੋ ਟੁੱਟ ਜਾਏਗਾ। ਤੋ ਹਕੂਮਤ ਬੜੀ ਖੁਸ਼ ਸੀ। ਇਹ ਰਸਤਾ ਬੜਾ ਬਿਖਮ ਸੀ, ਪਰ ਹਜ਼ੂਰ ਨੇ ਚੁਣਿਆ। ਮੁਲਾਣੇ ਰਾਹੀਂ ਔਰੰਗਜ਼ੇਬ ਨੇ ਮੈਸੇਜ ਵੀ ਭੇਜਿਆ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹੋ ਵੀ ਮੈਂ ਸਿੱਖੀ ਤੇ ਕੋਈ ਅਟੈਕ ਨਹੀਂ ਕਰ ਰਿਹਾ, ਮੈਂ ਤੇ ਹਿੰਦੂਆਂ ਦੇ ਜਨੇਊ ਪੂੰਝ ਰਿਹਾ, ਤੋੜ ਰਿਹਾ। ਤੁਹਾਡੇ ਨਾਲ ਤੇ ਮੇਰੀ ਕੋਈ ਗੱਲ ਨਹੀਂ, ਤੁਸੀਂ ਕਿਉਂ ਇਹਦੇ ਵਿੱਚ ਇੰਟਰਫੇਅਰ ਕਰ ਰਹੇ ਹੋ? ਤਾਂ ਕਹਿੰਦੇ ਨੇ ਹਜ਼ੂਰ ਨੇ ਕਿਹਾ ਸੀ ਵੀ ਨਹੀਂ, ਅਸੀਂ ਧੱਕੇ ਵਿੱਚ ਯਕੀਨ ਨਹੀਂ ਰੱਖਦੇ, ਅਸੀਂ ਕਿਸੇ ਨਾਲ ਧੱਕਾ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ, ਪਰ ਧੱਕਾ
सहण विच भी विश्वास नहीं रखते, लिहाजा ऐसा नहीं होण देंगे। मेरे जींदे जी ये बिल्कुल नहीं होगा। गिरफ्तारी करवा दी और शहीद कर दिता, विखम रस्ता चुनिया। इनू थोड़ा जिहा सौखे ढंग नाल समझण लई मैं अर्ज करा, उम्मीद है तुसीं दिलचस्पी दिखाओगे। पुराना वक्त सी, जिस तरह तुसीं इंडिया तो इत्थे डिप्लोमे लैण वास्ते, डिग्रीज लैण वास्ते आए हो, साडे देश विच एक सिस्टम सी भी बिल्कुल निर्जर जंगलों दे विच आश्रम बने हुए सन। होस्टल सिस्टम सी, सादा सी पर सी होस्टल सिस्टम। तो बच्चे बिल्कुल निर्जर जंगलों में पढ़न जाते सन, कोई उन्हां दा बाहरली दुनिया नाल कोई कॉन्टैक्ट नहीं सी हुंदा, बिल्कुल पीस ऑफ माइंड होकर पढ़ते सन। साल बाद इम्तिहानां तो बाद छुट्टी हुंदी सी 1 महीने की, भी घरां नूं जाके मिल के लावो और महीने बाद फिर आ जान, अगली जमात शुरू हो जाएगी। आश्रम कहते सन उन्होंने, अजकल तुसीं होस्टल कह देंदे। तो सारे बच्चे अपने घरां नूं जा रहे सन ते रस्ते विच गल्लां कर रहे सन भी बड़ी हैरानी हुई है, धर्म के नां दे उत्ते आश्रम चलदा है ते धर्म नाल संबंधित एग्जाम विच, इम्तिहानां विच एक भी प्रश्न, एक भी क्वेश्चन नहीं आया। सवाल कोई कीता ही नहीं, धार्मिक टीचर ने कोई सवाल पूछे ही नहीं सानू। बड़ी हैरानी हुई है। धर्म के नां ते आश्रम चलदा है, स्कूल चलदा है, मदरसा चलदा है, पाठशाला चलती है धर्म के नां ते। तो गल्लां करते करते कोई 2 फरलांग गए तो की तक्या भी रस्ते विच बहुत सारे कंडे खिलरे हुए ने, सूलां खिलरियां हुई ने, बरंजी किल्लां वर्गियां जिहड़ियां जुत्ती दे थल्ले चों भी आर पार हो जान। तो एक जिहड़ा अगे बच्चा सी, मोनीटर सी, वो सारियां नूं कहण लगा भी रुको रुको ठहरो, अगे बहुत सारे कंडे ने, देखो कंडे बहुत ज़्यादा ने, कंडे चुगे नहीं जाने। इधरों साइड तो होके थोड़ी जगह विच ने, इधरों साइड तो थल्ले उतर के फिर उत्ते रस्ते दे चढ़ जाओ और इन्हां कंडियां दे उत्तों दी ना चलना, क्योंकि कंडे चुभ जाणगे। तो बहुत सारे बच्चे कहने लगे ठीक है, उन्होंने उन्होंने फॉलो किया। पर एक उन्हां विच ऐसा सी, वो कंडे इकट्ठे करन लग पिया, एक एक 2-2 करके हाथ नाल उन्हें चुगने शुरू कर दिते। तो बाकी बच्चे हस के कहने लगे भी ये की कर रहे हैं। वो कहने लगा जी मैं कंडे इकट्ठे कर रहा। क्यों? वो कहने लगा वेखो हनेरा होने वाला है, आपां ते लंघ जाएंगे, पिछों कोई आवेगा तो हनेरे के दोष कारण कंडियां च वड़ जाएगा तो उन्होंने कंडे चुभ जाएंगे। तो कह लगे वो तो ठीक है, पर कंडे बहुत ज्यादा ने, तेरे कोलों तो इकट्ठे होने नहीं क्योंकि रात पैन वाली है। वो कह लगा जी जिन्ने को मेरे तो इकट्ठे होए मैं इकट्ठे करांगा, उदों बाद मैं इत्थे रात पहरा देंगा, आने वाले राहगीरां नूं अवेयर करांगा और बाकी दे कंडे सवेरे इकट्ठे करके फिर मैं अपनी मंजिल वाल तुरांगा। वो बच्चे कहने लगे तू तो शदाई है, सानू की पई ये कंडे इकट्ठे करन दी, असी अपने घरां नूं चलीए, जिहड़ा आवेगा वो जाने, उहदा काम जाने। वो कहने लगा नहीं मैं इस तरह नहीं कर सकता। वो बच्चे उहदा मजाक उड़ा के उत्थों चल पे और 2 कदम ही चले सन ते पिछों आवाज़ आई भी ठहरो। इन्हां ने रुक के पिछे देखा तो की तक्या भी इन्हां दा धार्मिक टीचर खड़ा सी। वो कहने लगा मैं तुहाड़ियां सारियां गल्लां सुनियां ने भी धर्म के नां ते आश्रम चलदा है, पर धर्म के संबंध च कोई प्रश्न ही नहीं किया। मैं तुहानूं दसना चाहुंदा भी धर्म के संबंध विच प्रश्न कागजां ते लिख के नहीं किए जाते। दरअसल ये कंडे अपने आप नहीं खिलरे, ये बाकायदा मैं खिलार के गया वां, ये मैं खिलारे ने और ये ही तुहाडा इम्तिहान है। और मैनू बड़े अफसोस नाले कहना पै रहा है भी मेरे सारे आश्रम चो सिर्फ एक विद्यार्थी पास होया है, बाकी सारे तुसी फेल हो गए। तुहाडे विचों धार्मिक सिर्फ इको ही है, बाकी तुसी राजनीतिक लोग हो। राजनीतिक बंदियां दा काम हुंदा है आप निकल जाना और दूजियां दे रस्ते विच कंडे खिलार जाने। और धार्मिक व्यक्ति की आइडियोलॉजी ये हुंदी है बई वो रस्ते चों कंडे चुगदा है और जे नहीं चुगे गए तो लोगों को अवेयर करेगा भी मित्रों कंडे ने, थोड़ा बच के निकल जाओ। ये फर्क है। उन्होंने सौखा रस्ता चुनिया, साइड तो होके घरां नूं पहुंच गए और वो सारी रात कंडे चुगदा रहा और सारी रात हनेरे विच बैठा रहा। रस्ता औखा है पर भगतां दा ही रस्ता हुंदा है। भगतां की चाल निराली, फिजिकल वाक उन्हां दी डिफरेंट नहीं हुंदी, तुहाडे साडे वांगू ही तुरदे ने। लाइफ स्टाइल बिल्कुल जुदा हुंदा उन्हां दा। वो
ਸੌਖੇ ਰਸਤੇ ਨਹੀਂ ਚੁਣਦੇ, ਔਖੇ ਰਸਤੇ ਚੁਣਦੇ ਨੇ। ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਇੱਥੇ ਬਸ ਨਹੀਂ ਵੀ ਭਗਤ ਦਾ ਇੰਨਾ ਕੋਈ ਡੈਫੀਨੇਸ਼ਨ ਹੈ, ਅੱਗੇ ਅਜੇ ਹੋਰ ਹੈ। ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ, ਔਖਾ, ਬਿਖਮ ਮਾਰਗ ਚੱਲਣਾ, ਚੈਲੰਜ ਕਬੂਲ ਕਰਦੇ ਨੇ। ਔਰ ਫਿਰ ਕੀ ਕਰਦੇ ਨੇ? ਲੱਭ, ਲੋਭ, ਅਹੰਕਾਰ, ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਇਹ ਲੱਭ ਤੇ ਲੋਭ ਦੋ ਕਿਉਂ ਲਿਖਣੇ ਪਏ? ਲੋਭ ਤੋਂ ਅਰਥ ਸਪਸ਼ਟ ਹੈ, ਪਰ ਜਿਹੜਾ ਲੱਭ ਹੈ ਨਾ ਜੀ, ਲੱਭ ਦੇ ਅਰਥ ਹੁੰਦੇ ਨੇ ਹੋਠ, ਜਿਹਨੂੰ ਤੁਸੀਂ ਲਿਪਸ ਕਹਿੰਦੇ। ਦੋ ਤਰ੍ਹਾਂ ਦਾ ਲਾਲਚ ਹੁੰਦਾ ਹੈ, ਇੱਕ ਇਕੱਠਾ ਕਰਨ ਦਾ, ਇੱਕ ਖਾਣ ਦਾ। ਉਹਨਾਂ ਨੂੰ ਖਾਣ ਦਾ ਵੀ ਲਾਲਚ ਨਹੀਂ ਹੁੰਦਾ। ਕੁਝ ਲੋਕ ਖਾਣ ਵਾਸਤੇ ਜਿਉਂਦੇ ਨੇ, ਕੁਝ ਲੋਕ ਥੋੜਾ ਜਿਹਾ ਜਿਉਣ ਵਾਸਤੇ ਖਾਂਦੇ ਨੇ। ਔਰ ਅੱਜ ਦੇ ਯੁੱਗ ਵਿੱਚ ਕੋਈ ਭੁੱਖ ਨਾਲ ਨਹੀਂ ਮਰਦਾ, ਜ਼ਿਆਦਾ ਖਾ ਖਾ ਕੇ ਬਿਮਾਰ ਹੁੰਨੇ ਆ ਤੇ ਮਰਨੇ ਆ, ਭੁੱਖ ਨਾਲ ਕੋਈ ਨਹੀਂ ਮਰਦਾ। ਇਹ ਵੀ ਮਰਜ਼ ਕਰਦੇ ਆ। ਉਹ ਲੱਭ ਛੱਡ ਦਿੰਦੇ ਨੇ, ਖਾਣ ਦਾ ਕੋਈ ਲਾਲਚ ਨਹੀਂ, ਲੋਭ ਛੱਡ ਦਿੰਦੇ ਨੇ, ਅਹੰਕਾਰ ਛੱਡ ਦਿੰਦੇ ਨੇ। ਲੱਭ, ਲੋਭ, ਅਹੰਕਾਰ ਔਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਹੁਣ ਸੰਗਤ ਜੀ, ਮਾਤੜਾਂ ਦੀ ਤੇ ਜੋ ਵੀ ਬੋਲਣ ਦੀ ਹੈ, ਤੁਸੀਂ ਕਹੋਗੇ ਬਾਬਾ ਜੀ ਤੁਸੀਂ ਤੇ ਜਦੋਂ ਆਵੀਏ ਬੋਲਦੇ ਹੀ ਹੁੰਦੇ ਹੋ। ਹੁਣ ਮੈਂ ਇੱਥੇ ਚੁੱਪ ਕਰਕੇ ਤਾਂ ਨਹੀਂ ਨਾ ਬੈਠ ਸਕਦਾ। ਜੇ ਮੈਂ ਬੈਠ ਜਾ ਤੇ ਕੋਈ ਨਾ ਕੋਈ ਤੁਹਾਡੇ ਚੋਂ ਆਵੇਗਾ ਵੀ ਬਾਬਾ ਜੀ ਕੀ ਸਮੱਸਿਆ ਹੈ, ਤੁਹਾਡੇ ਦਰਸ਼ਨ ਕਰਨ ਵਾਸਤੇ ਇੱਥੇ ਨਹੀਂ ਬਿਠਾਇਆ, ਬੋਲੋ ਕੁਛ। ਤੁਹਾਡਾ ਕੰਮ ਹੈ ਬੋਲਣ ਦਾ, ਸਪੋਕਸਮੈਨ ਹੋ ਤੁਸੀਂ, ਬੁਲਾਰੇ ਹੋ, ਬੋਲੋ। ਬੋਲਦੇ ਕਿਉਂ ਨਹੀਂ? ਪਰ ਉਂਝ ਲੱਗਦੇ ਚਾਰੇ, ਜੇ ਟਾਈਮ ਪਾਸ ਹੁੰਦਾ ਹੋਵੇ ਬੋਲੇ ਬਿਨਾ ਤੇ ਨਹੀਂ ਬੋਲਣਾ ਚਾਹੀਦਾ। ਉਦੋਂ ਬੋਲਣਾ ਚਾਹੀਦਾ ਹੈ ਜਦੋਂ ਜ਼ਰੂਰਤ ਹੈ। ਵੈਸੇ ਵੀ ਜਿਤਨਾ ਕੋਈ ਵਿਅਕਤੀ ਘੱਟ ਬੋਲੇ, ਉਹਦੀ ਗੱਲ ਨੂੰ ਉਹਨੇ ਧਿਆਨ ਨਾਲ ਸੁਣਿਆ ਜਾਂਦਾ ਹੈ, ਔਰ ਜਿਤਨਾ ਕੋਈ ਜ਼ਿਆਦਾ ਬੋਲੇ ਉਹਨੂੰ ਇਗਨੋਰ ਕੀਤਾ ਜਾਂਦਾ ਤੇ ਬੋਲਦਾ ਹੀ ਰਹਿੰਦਾ, ਬੋਲਦਾ ਹੀ ਰਹਿੰਦਾ। ਤੁਹਾਡੇ ਵਿੱਚ ਕੋਈ ਮੈਡੀਕਲ ਸਾਇੰਸ ਨਾਲ ਰਿਲੇਟਡ ਬੈਠਾ ਹੋਵੇ ਤੇ ਉਹਨਾਂ ਨੂੰ ਬਾਖੂਬੀ ਪਤਾ ਹੈ ਵੀ ਸਾਡੀ ਅੱਧੀ એનર્ਜੀ, 50% ਦੀ એનર્ਜੀ ਜ਼ਿਆਦਾ ਬੋਲਣ ਨਾਲ ਹੀ ਜ਼ਾਇਆ ਹੋ ਜਾਂਦੀ ਹੈ। ਜਿੱਥੇ ਜ਼ਰੂਰਤ ਹੈ ਉੱਥੇ ਤੇ ਬੋਲਣਾ ਹੈ, ਜਿੱਥੇ ਨਹੀਂ ਜ਼ਰੂਰਤ ਉੱਥੇ ਵੀ ਬੋਲਣਾ ਹੈ। ਬੋਲੀ ਤੁਰੇ ਜਾਣਾ, ਬੋਲੀ ਤੁਰੇ ਜਾਣਾ, ਬੋਲੀ ਤੁਰੇ ਜਾਣਾ। ਬੋਲਣਾ ਹੈ, ਮੌਨ ਨਹੀਂ ਧਾਰਨ ਕਰਨਾ, ਪਰ ਬਹੁਤ ਨਹੀਂ ਬੋਲਣਾ, ਜ਼ਰੂਰਤ ਅਨੁਸਾਰ ਬੋਲਣਾ। ਮੂਰਖ ਦੀ ਨਿਸ਼ਾਨੀ ਕੀ ਹੈ? ਜਿੱਥੇ ਬੋਲਣਾ ਹੈ ਚੁੱਪ ਕਰ ਦੇਗਾ, ਜਿੱਥੇ ਚੁੱਪ ਕਰਨਾ ਹੈ ਉੱਥੇ ਬੋਲਣਾ ਸ਼ੁਰੂ ਕਰ ਦੇਗਾ। ਤੁਹਾਡੇ ਤੇ ਐਲੀਗੇਸ਼ਨ ਹੈ, ਤੁਸੀਂ ਜੱਜ ਦੇ ਸਾਹਮਣੇ ਖੜੇ ਹੋ, ਕਿਸੇ ਹੋਰ ਵਿਅਕਤੀ ਦੇ ਸਾਹਮਣੇ ਖੜੇ ਹੋ, ਤੁਹਾਡੇ ਤੇ ਕੋਈ ਐਲੀਗੇਸ਼ਨ ਹੈ, ਬੇਸ਼ੱਕ ਤੁਹਾਨੂੰ ਉਹ ਨਹੀਂ ਬੋਲਣ ਦੇ ਰਿਹਾ, ਤੁਹਾਡਾ ਉੱਥੇ ਬੋਲਣਾ ਫਰਜ਼ ਹੈ। ਤੁਸੀਂ ਆਪਣੇ ਲਈ ਨਹੀਂ ਬੋਲੋਗੇ ਤੇ ਕੌਣ ਬੋਲੇਗਾ ਜੀ? ਨਹੀਂ ਜੀ, ਉਹ ਤੇ ਬੋਲੇ ਹੀ ਨਹੀਂ, ਕੁਛ ਗਿਲਟੀ ਹੈ। ਨਹੀਂ ਭਾਈ, ਉਹ ਬੇਸ਼ੱਕ ਕਵੇ ਵੀ ਭਾਈ ਤੂੰ ਬੋਲਣ ਨਹੀਂ ਦਿੰਦਾ, ਉੱਥੇ ਬੋਲਣਾ ਹੈ, ਉੱਥੇ ਬੋਲਣਾ ਹੈ। ਆਪਣੇ ਨਿਰਦੋਸ਼ਪੁਣੇ ਨੂੰ ਉੱਥੇ ਸਾਬਿਤ ਕਰਨਾ ਹੈ। ਔਰ ਮੂਰਖ ਕੀ ਕਰਦਾ? ਜਿੱਥੇ ਬੋਲਣਾ ਉੱਥੇ ਚੁੱਪ ਕਰ ਦੇਗਾ, ਜਿੱਥੇ ਚੁੱਪ ਕਰਨਾ ਉੱਥੇ ਬੋਲਣਾ ਸ਼ੁਰੂ ਕਰ ਦੇਗਾ। ਫਿਰ ਹਜ਼ੂਰ ਫਰਮਾਨ ਕਰਦੇ ਨੇ ਤੀਜੇ ਪਾਤਸ਼ਾਹ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਹ ਭਗਤੀ ਦਾ ਮਾਰਗ ਬੜਾ ਬਰੀਕ ਹੈ। ਬੜਾ ਛੋਟਾ ਜਿਹਾ ਮਾਰਗ ਹੋਵੇ ਨਾ ਸੰਗਤ ਜੀ, ਸਾਨੂੰ ਕੋਈ ਅੱਧੇ ਕੁ ਫੁੱਟ ਦਾ ਮਾਰਗ ਦਿੱਤਾ ਜਾਏ ਤੇ ਬੜੇ ਅਵੇਅਰ ਹੋ ਕੇ ਤੁਰਨਾ ਪੈਂਦਾ ਵੀ ਬੈਲੈਂਸ ਵਿਗੜ ਗਿਆ ਤੇ ਮੈਂ ਇੱਧਰ ਉੱਧਰ ਨਾ ਹੋ ਜਾ। ਯਾਨੀ ਭਗਤ ਨੇ ਬੜੇ ਅਵੇਅਰ ਹੋ ਕੇ ਤੁਰਨਾ ਹੈ, ਬੜੇ ਸਾਵਧਾਨ ਹੋ ਕੇ ਤੁਰਨਾ ਹੈ। ਫਿਰ ਬੇਨਤੀ ਕਰਦੇ ਹਾਂ, ਇਹ ਸਰੀਰਕ ਤੌਰ ਦੀ ਗੱਲ ਨਹੀਂ ਹੋ ਰਹੀ, ਜੀਵਨ ਪੱਖੋਂ ਸੁਚੇਤ ਰਹਿਣਾ। ਕਬੀਰ ਸਾਹਿਬ ਕਹਿੰਦੇ ਨੇ, ਮੇਰੇ ਉੱਤੇ ਮੇਰੀ ਧਰਮ ਪਤਨੀ ਦਾ ਦੋਸ਼ ਹੈ ਕਿ ਇਹ ਮੇਰੀ ਮਾਂ ਦਾ ਵੀ ਦੋਸ਼ ਹੈ ਬਈ ਸਾਡਾ ਮੁੰਡਾ ਜਿਹੜਾ ਦੂਜੇ ਮੁੰਡੇ ਵਾਂਗੂ ਕੰਮ ਨਹੀਂ ਕਰਦਾ। ਟੂਟੇ ਤਾਗੇ ਨਿਖੁੱਟੀ ਪਾਨ। ਕੀ ਹੁੰਦਾ ਸੀ ਵੀ ਇਸ ਤਰ੍ਹਾਂ ਖੱਡੀ ਬਣਾ ਕੇ ਲੰਮੇ ਪਾਸੇ ਦਾ ਤਾਣਾ ਹੁੰਦਾ ਸੀ
ਤੇ ਛੋਟੇ ਪਾਸੇ ਦਾ ਜਿਹੜਾ ਉਹਨੂੰ ਪੇਟਾ ਕਹਿੰਦੇ ਹੁੰਦੇ ਸਨ। ਹੁਣ ਤੇ ਬਹੁਤ ਸਾਰੇ ਕਾਰਖਾਨੇ ਆ ਗਏ ਨੇ, ਹੱਥਾਂ ਨਾਲ ਵੀ ਇਹ ਜਿਹੜਾ ਭਾਈਚਾਰਾ ਸੀ, ਜੋਲਾਹਾ ਭਾਈਚਾਰਾ, ਇਹ ਕੱਪੜੇ ਬੁਣਨ ਦਾ, ਖੇਸ ਖੇਸੀਆਂ, ਚਾਦਰਾਂ, ਦਰੀਆਂ, ਦੁੱਲੜ ਇਤਿਆਦਿਕ ਇਹ ਬਣਾਉਂਦੇ ਸਨ ਔਰ ਬਾਕਾਇਦਾ ਇਹ ਇਹਨਾਂ ਦਾ ਪਿਤਾ ਪੁਰਖੀ ਕਿੱਤਾ ਸੀ, ਬਾਜ਼ਾਰ ਵਿੱਚ ਉਹਨੂੰ ਵੇਚਦੇ ਸਨ। ਤੋ ਉਣਨ ਲੱਗਿਆਂ ਜਿਹੜਾ ਲੰਮੇ ਪਾਸੇ ਦਾ ਧਾਗਾ ਹੁੰਦਾ ਸੀ ਉਹਨੂੰ ਤਾਣਾ ਕਹਿੰਦੇ ਸਨ ਤੇ ਛੋਟੇ ਬੰਨੇ ਦਾ ਜਿਹੜਾ ਸੀ ਉਹਨੂੰ ਪੇਟਾ ਕਹਿੰਦੇ ਸਨ। ਹੁਣ ਕਹਿੰਦੇ ਵੀ ਪਰਿਵਾਰ ਇਹ ਗਿਲਾ ਕਰਦਾ ਹੈ ਵੀ ਧਾਗੇ ਟੁੱਟੇ ਹੋਏ ਨੇ ਔਰ ਇਹਨੂੰ ਫਿਕਰ ਹੀ ਕੋਈ ਨਹੀਂ। ਇਹ 5-7 ਸਾਧੂਆਂ ਨੂੰ ਲੈ ਕੇ ਉਹਨਾਂ ਨਾਲ ਗੋਸ਼ਟੀ ਕਰ ਰਿਹਾ, ਇਹ ਨਾਮ ਜਪ ਰਿਹਾ, ਇਹ ਚਰਚਾ ਕਰ ਰਿਹਾ ਪੋਥੀਆਂ ਲੈ ਕੇ, ਔਰ ਧਾਗੇ ਟੁੱਟੇ ਨੇ ਤੇ ਟੁੱਟੇ ਹੀ ਪਏ ਨੇ, ਇਹਨੂੰ ਫਿਕਰ ਹੀ ਕੋਈ ਨਹੀਂ। ਟੁੱਟੇ ਧਾਗੇ ਨਿਖੁੱਟੀ ਪਾਨ, ਇੱਕੋ ਉੱਤੇ ਪਾਨ ਚਾੜਦੇ ਹੁੰਦੇ ਸਨ ਇਸ ਤਰ੍ਹਾਂ, ਉਹ ਪਾਨ ਵੀ ਮੁੱਕੀ ਹੋਈ ਏ, ਤਾਣਾ ਪੇਟਾ ਟੁੱਟਾ ਹੋਇਆ ਔਰ ਕਬੀਰ ਨੂੰ ਫਿਕਰ ਹੀ ਕੋਈ ਨਹੀਂ। ਹਾਲਾਂਕਿ ਕਬੀਰ ਸਾਹਿਬ ਕਿਰਤੀ ਨੇ। ਇਹ ਮੈਂ ਅਰਜ਼ ਕਰਦੇ ਹਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੇਲੜਾਂ ਦੀ ਬਾਣੀ ਨਹੀਂ ਹੈ। ਜਿਸ ਦੀ ਸੋਚ ਗੁਰੂ ਨਾਨਕ ਨਾਲ ਮੈਚ ਨਹੀਂ ਕਰਦੀ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਔਰ ਗੁਰੂ ਨਾਨਕ ਦੀ ਸੋਚ ਕੀ ਹੈ? 3 ਸੂਤਰੀ ਧਰਮ ਆਦੇਸ਼ ਉਹਨਾਂ ਨੇ ਦਿੱਤਾ, ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਧਰਮ ਦੀ ਕਿਰਤ ਤੋਂ ਗੱਲ ਸ਼ੁਰੂ ਕੀਤੀ। ਇਹ ਨਹੀਂ ਹੋ ਸਕਦਾ ਵੀ ਗੁਰੂ ਨਾਨਕ ਉਚੇਚੇ ਬਨਾਰਸ ਗਏ ਹੋਣ ਤੇ ਕਿਸੇ ਵੇਲੜ ਦੀ ਬਾਣੀ ਜਿਹੜੀ ਇਹ ਲਿਖ ਕੇ ਲੈ ਆਏ ਹੋਣ। ਉਹ ਕਿਰਤੀ ਸਨ। ਪਰਿਵਾਰ ਨੂੰ ਸਿਰਫ ਇਹ ਰੋਸ ਹੈ ਬਈ ਬਾਕੀ ਆਪਣੇ ਹਮਰਕਾਬ ਲੋਕ ਜਿਹੜੇ ਨੇ, ਹਮ ਖਿਆਲ ਔਰ ਹਮਜ਼ੋਲੀ ਨੇ ਕਬੀਰ ਦੇ, ਹਮ ਉਮਰ ਨੇ, ਹਮ ਕਿੱਤਾ ਨੇ, ਉਹਨਾਂ ਜਿੰਨਾ ਕੰਮ ਇਹ ਨਹੀਂ ਕਰਦਾ। ਕਬੀਰ ਸਾਹਿਬ ਕੀ ਕਰਦੇ ਨੇ? ਗੁਜ਼ਰਾਨ ਜੋਗਾ ਕਰ ਲੈਂਦੇ ਨੇ, ਬਾਕੀ ਸਮਾਂ ਨਾਮ ਬਾਣੀ ਦੇ ਅਭਿਆਸ ਵਿੱਚ ਖਰਚ ਕਰਦੇ ਨੇ। ਮਾਂ ਕਹਿੰਦੀ ਏ ਵੀ ਜਿਵੇਂ ਦੂਜੇ ਬੱਚੇ ਗਰੇ ਲਾ ਦਿੰਦੇ ਨੇ ਦਰੀਆਂ ਖੇਸਾਂ ਦੇ, ਤੂੰ ਵੀ ਇਦਾਂ ਕਰਿਆ ਕਰ। ਇਹ ਉਹਨੂੰ ਗਿਲਾ। ਉਂਝ ਕਬੀਰ ਸਾਹਿਬ ਨੇ ਕਿਰਤ ਨਹੀਂ ਛੱਡੀ, ਉਹ ਕਿਰਤ ਕਰਦੇ ਨੇ, ਪਰ ਉਹਨਾਂ ਨੇ ਸੰਤੁਲਨ ਬਣਾਇਆ ਹੋਇਆ। ਕਿਰਤ ਕਰਨ ਲੱਗੇ ਵੀ ਅਸੀਂ ਐਸੇ ਵਹਿਣ ਵਿੱਚ ਵਹਿੰਦੇ ਹਾਂ ਨਾ ਕਈ ਵਾਰ ਸੰਗਤ ਜੀ। ਇੱਥੇ ਜਿਵੇਂ ਨਵੀਂ ਤੰਦਣ ਹੈ, ਬਾਹਰਲੇ ਮੁਲਕਾਂ 'ਚ ਵੇਖਿਆ, ਉੱਥੇ ਫਿਰ ਮੌਰਗੇਜ ਹੈ ਜੀ, ਗੱਡੀ ਦਾ ਵੀ ਟੈਕਸ ਹੈ, ਰੈਂਟ ਵੀ ਦੇਣਾ ਹੈ, ਇਲੈਕਟ੍ਰੀਸਿਟੀ ਬਿੱਲ ਵੀ ਦੇਣਾ ਹੈ, ਗਰੋਸਰੀ ਵੀ ਖਰੀਦਣੀ ਹੈ। ਇੱਦਾਂ ਵੀ ਪਿੱਛੋਂ ਵੀ ਫੋਨ ਆਉਂਦਾ ਵੀ ਕੁਝ ਘੱਲੋ। ਤਾਂ ਫਿਰ ਕਦੀ ਕਦੀ ਅਸੀਂ ਆਪਣੇ ਸਰੀਰ ਨੂੰ ਵੀ ਟੌਰਚਰ ਕਰਨੇ ਆ। ਤੁਸੀਂ 7 ਸੀਟਰ ਤੇ 14 ਜਣੇ ਨਹੀਂ ਨਾ ਬਹਿੰਦੇ। ਇੱਥੇ ਕਈ ਵਾਰ ਅਸੀਂ ਆਪਣੇ ਸਰੀਰ ਤੋਂ 2-2 ਸ਼ਿਫਟਾਂ ਵੀ ਲਵਾਉਂਦੇ ਆ, 3-3 ਵੀ ਲਵਾਉਂਦੇ ਆ। ਤਾਂ ਉਹ ਵੀ ਇੱਕ ਕਿਸਮ ਦਾ ਟੌਰਚਰ ਕਰਨ ਦਾ ਹੀ ਤਰੀਕਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਆਪਣੇ ਵਰਤਮਾਨ ਨੂੰ ਨਰਕ ਬਣਾ ਲਿਆ ਕੱਲ ਨੂੰ ਚੰਗਾ ਕਰਨ ਵਾਸਤੇ। ਕੱਲ ਪਤਾ ਨਹੀਂ ਕਿਵੇਂ ਦਾ ਹੋਣਾ ਹੈ। ਅੱਜ ਨੂੰ ਜੀ, ਅੱਜ ਨੂੰ ਕਿਉਂ ਜੋਖਮ ਵਿੱਚ ਪਾ ਰਹੇ ਆ? ਮਧੂਮੱਖੀ ਇਹੀ ਕਰਦੀ ਹੈ ਨਾ, ਸ਼ਾਇਦ ਇਕੱਠਾ ਕਰੀ ਜਾਂਦੀ ਹੈ, ਕਰੀ ਜਾਂਦੀ ਹੈ, ਕਰੀ ਜਾਂਦੀ। ਜ਼ਿਆਦਾ ਸਾਰਾ ਇਕੱਠਾ ਕਰਕੇ ਖਾਵਾਂਗੀ, ਉਹਨੇ ਚਿਰ ਨੂੰ ਵੱਡਾ ਸਾਰਾ ਅੱਗ ਦਾ ਮੁਆਤਾ ਲੈ ਕੇ ਤੁਹਾਡੇ ਸਾਡੇ ਵਰਗਾ ਕੋ ਆ ਜਾਂਦਾ ਹੈ। ਉਹ ਥੱਲੇ ਅੱਗ ਕਰ ਦਿੰਦਾ, ਉਹ ਮਰ ਜਾਂਦੀਆਂ, ਕੁਝ ਉੱਡ ਜਾਂਦੀਆਂ। ਉਹ ਸਾਰਾ ਸ਼ਹਿਦ ਲਿਜਾ ਕੇ ਪੁਣ ਪਣ ਕੇ ਬੋਤਲਾਂ 'ਚ ਪਾ ਕੇ ਪ੍ਰਛਤੀਆਂ ਤੇ ਰੱਖ ਦਿੰਦਾ। ਮੌਜ ਉਹ ਕਰਦਾ। ਸਾਨੂੰ ਵੀ ਇਹ ਲਲਕ ਹੁੰਦੀ ਹੈ ਵੀ ਬੜਾ ਇਕੱਠਾ ਕਰਕੇ ਫਿਰ ਬਾਅਦ ਵਿੱਚ ਆਰਾਮ ਨਾਲ ਬੈਠ ਕੇ ਇਹਨੂੰ ਇੰਜੋਏ ਕਰਾਂਗਾ। ਵਾਹਿਗੁਰੂ ਜਾਣੇ ਉਹ ਇੰਜੋਏ ਕਰਨ ਦਾ ਸਮਾਂ ਆਵੇਗਾ ਕਿ ਨਹੀਂ ਆਵੇ। ਹੁਣ ਕਰ ਲੈ, ਹੁਣ ਕਰਨਾ, ਬੈਲੈਂਸ ਬਣਾ। ਅੱਜ ਜੀ ਜਿੰਦਾ ਦਿਲੀ ਨਾਲ ਔਰ ਵਕਤ ਦੇ ਹਰ ਪਹਿਲੂ, ਹਰ ਪਲ ਦਾ ਹੱਥ ਪਕੜ ਕੇ ਮੁਸਕਰਾਉਂਦਾ ਹੋਇਆ ਜੀਵਨ ਸਫਰ ਦੇ ਉੱਤੇ ਚੱਲ। ਜੇ ਤੇਰਾ ਅੱਜ ਨਰਕ ਹੈ ਤੇ ਕੱਲ ਨੂੰ ਤੂੰ ਬਹਿਸ਼ਤ ਕਿਵੇਂ ਬਣਾ ਲੈ? ਕਦਾਚਿਤ ਵੀ ਨਹੀਂ ਬਣੇਗਾ। ਮਹਿਸੂਸ ਨਾ ਕਰਨਾ, ਕਦੀ ਵੀ ਨਹੀਂ ਬਣੇਗਾ। ਅੱਜ ਸਵਾਰ ਆਪਣਾ, ਅੱਜ ਜੀ। ਧਾਗੇ ਟੁੱਟੇ ਨੇ ਤੇ ਟੁੱਟੇ ਹੀ ਪਏ ਨੇ। ਕਬੀਰ ਬੈਲੈਂਸ ਬਣਾ ਲੈਂਦੇ ਨੇ, ਗੁਜ਼ਰਾਨ ਅਨੁਸਾਰ ਕਰ ਲੈਂਦੇ ਨੇ, ਬਾਕੀ ਇੰਜੋਏ ਕਰਦੇ ਨੇ। ਉਹਨਾਂ ਦੀ ਧਰਮ ਵਿੱਚ ਰੁਚੀ ਹੈ, ਧਾਰਮਿਕ ਲੋਕ ਇਕੱਠੇ ਹੋ ਜਾਂਦੇ ਨੇ ਵੀ ਕੁਝ ਸੁਣਾਓ ਜਾਂ ਕੁਝ ਸੁਣੋ। ਨਿਖੁੱਟੀ ਪਾਨ, ਪਾਨ ਮੁੱਕੀ ਹੋਈ ਹੈ ਤੇ ਮੁੱਕੀ ਪਈ ਹੈ, ਬਾਜ਼ਾਰ ਜਾ ਕੇ ਲਿਆਉਂਦਾ ਹੀ ਕੋਈ ਨਹੀਂਗਾ। ਇਹ ਰਾ ਮਟੀਰੀਅਲ ਹੈ ਜਲਾਇਆਂ ਦਾ।
कपड़े उन्न वास्ते जिहड़ा रा मटीरियल चाहिए। द्वार ऊपर चिलकावें कान काने लिशकदे पे ने। आम तौर पर जलायां दे घर काने खाली नहीं हुंदे, सारे काने रुन के कई बार गुआढ़ियां नूं कहिंदे 2 घंटे दे आ जे लहू डले तुहानूं वापस कर देंगे, पर साडे अपने काने लिशकदे रहिंदे ने, करदे ही कुछ नहीं। ये गिला है, वो करदे ने, पर परिवार चाहता भी बहुत ज्यादा करे, टुट के मर जाए। और कूच बेचारे फूए फाल कुछ ते तीला तीला होकर खिलरे फिरदे ने, यह भी उन्हां दा समाज है। या मुंडिया सिर चढ़ बोकाल, इस मुंडे दे सिर ते मौत कूकदी है, भाव इहने किसी दिन मेरे हथों मर जाना है, आखे नहीं लगता, पैसे थोड़े कमांदा, ज्यादा कमाने चाहिए। भगतां ते संसारियां जोड़ कदे ना आया, नहीं आइडियोलॉजी मैच करती। भगतां दी आइडियोलॉजी होर है, आम संसारी दी आइडियोलॉजी बिल्कुल होर है। तो कबीर साहब कहते ने भी इथों तक कह दिता भी ये मुंडिया सगलो द्रब खोई। हुण घर विच साधु आउंदे ने, प्रशादे दा समय ते कहंदे ने भाई प्रशादा, वो कहंदे जी छक लांगे। हुण इन्हां नूं लगदा भी ये डबल उजाड़ा हो गया, एक ते कमांदा घट है, दूजिਆਂ ਦੇ मुकाबले घट कमांदा, जिहड़े कमांदा है वो साधुआं नूं खवा दिंदा है। ये ते दोहरी मार हो गई ना। ये मुंडिया सगलो द्रब, द्रब कहंदे धन नूं, मनी नूं, रिजक नूं। ये साडा मुंडा, ये साडा साधु सारा धन साधुआं नूं खवा खवा के गवाई जांदा। ये मुंडिया सगलो द्रब खोई, आवत जात नाकसर होई। साडे घर इन्ने धार्मिक लोगों का आउणा जाना है, उन्होंने साडे नक विच दम कीता होया, वेल ही नहीं मिलती। कदी इन्हां लई प्रशादा बना लो, कदी इन्हां लई आ बना लो, कदी इन्हां लई आ कर दिओ, इन्हां दे मंजे डा दिओ, इन्हां दे बिस्तरे विछा दिओ, रात इत्थे ही रहणगे। आउण जाण वालियां ने साडे नक च दम कीता होया। ये परिवार दा गिला है। सुभाविक है भी साधु संत आउंदे सन, गोष्ठी करदियां हनेरा हो गया, प्रशादे का वक्त हो गया, प्रशादा छकोगे, हाँ जी प्रशादा तो छकांगे। अच्छा बई गुरमुखो बड़ा हनेरा हो गया, हुण इस वेले कित्थे जाओगे, रात इत्थे ही टिक जाओ, सवेरे चले। कबीर जी ठीक है सवेरे चले जाएंगे। तो परिवार इस गल तो दुखी है। और कबीर साहब कहते हैं भी इस प्रकार मां कहती है भी तुरी नार की छोटी बाता तत्ते नूं औंकड़े रारे नूं बिहारी है। संगत जी तुरी जिहड़ा वर्ड है ये गुरबाणी च घोड़ी वास्ते भी आया। और तुरी एक जलाया का संद हुंदा, उहनूं कहंदे ने लठ। ऐदां उणिया होया कपड़ा वो लठ दे दुआले दुआले लपेटते जाते हैं, उहनूं तुरी कहंदे ने। हुण ते वो नहीं रहा सिस्टम, सारा कंप्यूटराइज्ड हो गया, वड्डे वड्डे कारखाने आ गए, उहदे विच नवें सिरों सारा उन्हां दी किट है, सारा सिस्टम है। पर क्योंकि कई सदियां पहलां लिखी हुई बाणी है, लिहाजा उन्हां शब्दां दी वरतों कीती गई है जिहड़े उदों संद वरते जांदे सन। इस वास्ते मैं कहना भी जे गुरमत नूं समझना है तो गुरमुखी बहुत जरूरी है। बच्चों नूं सिखाओ, भावें इत्थों दे बॉर्न बच्चे होण, उन्हां नूं पंजाबी जरूर सिखाओ। तुरी दा इंग्लिश विच ट्रांसलेशन की करोगे? मैनू तो नहीं लभा, मैं देखिया गूगल ते, तुहानूं लभा होवे तो मैनूं जरूर दस्सिया जी। तो बिल्कुल हू बहू इन बिन तुसी गुरबाणी नूं इंग्लिश विच एक्सप्लेन नहीं कर सकते, नहीं कर सकते, नहीं कर सकते। अंग्रेजी आउणी चंगी गल है, कोई गुरमुखी पंजाबी नहीं समझदा उन्होंने अंग्रेजी च एक्सप्लेन कर दिओ, पर अपने बच्चों नूं धर्म नाल जोड़ के रखना है तो गुरमुखी पंजाबी बहुत लाजमी है, बहुत लाजमी है, नहीं तो नहीं गल बनेगी। ये कल्चर भी है साडा। वो जिहड़ी लठ है तो जिहड़ी नार है, नार मैंने नाल, जिन्हों आपां नाली कह दिंदे आ, जिवें कोई पाइप जी लोहे दी हुंदी है, इदां समझ लो, वो भी उस काम ही आउंदी है। ना लठ दी ख्याल करदा है ना नाली दी, उन्हां नूं ते इहने भुला ही दिता है।
ते राम नाम वाका मन राता। ਇਹਦੀ ਸੁਰਤ परमात्मा ਦੇ ਨਾਮ 'ਚ ਹੀ ਭਿੱਜੀ ਰਹਿੰਦੀ ਹੈ। ਇੱਕ ਹੋਰ ਥਾਂ ਤੇ ਵੀ ਗਿਲਾ ਪਰਿਵਾਰ ਕਰਦਾ ਹੈ, ਜਦੋਂ ਕਹਿੰਦੇ ਨੇ ਨਿਤ ਉੱਠ ਕੋਰੀ ਗਾਗਰ ਆਨੈ ਲੀਪਤ ਜੀਓ ਗਇਓ। ਸਵੇਰੇ ਉੱਠ ਕੇ ਗਾਗਰ ਪਾਣੀ ਦੀ ਭਰ ਲਿਆ ਕੇ ਤੇ ਪਹਿਲਾਂ ਪੋਚਾ ਫੇਰਦਾ। ਨਿਤ ਉੱਠ ਕੋਰੀ ਗਾਗਰ ਆਨੈ ਲੀਪਤ ਜੀਓ ਗਇਓ, ਲਿੰਬ ਲਿੰਬ ਕੇ ਥਾਂ ਨੂੰ ਖੱਪ ਲੱਥਦਾ। ਉਹ ਤਾਣਾ ਬਾਣਾ ਕਛੂ ਨਾ ਸੂਝੇ ਹਰ ਹਰ ਰਸ ਲਪਟਿਓ। ਤਾਣਾ ਬਾਣਾ ਤਾਣਾ ਪੇਟਾ ਇਹਨੂੰ ਸੁੱਝਦਾ ਹੀ ਨਹੀਂ, ਹਰੀ ਨਾਮ ਹੀ ਜਪਦਾ ਰਹਿੰਦਾ। ਹਮਾਰੇ ਕੁੱਲ ਕੌਨੇ ਰਾਮ ਕਹਿਓ। ਕਬੀਰ ਦੀ ਮਾਂ ਕਹਿੰਦੀ ਹੈ ਸਾਡੇ ਖਾਨਦਾਨ 'ਚ ਤੇ ਕਦੀ ਕਿਸੇ ਨੇ ਨਾਮ ਨਹੀਂ ਸੀ ਜਪਿਆ। ਇਹ ਔਂਤਣਾ ਖਰੇ ਕਿੱਥੋਂ ਜੰਮ ਪਿਆ, ਹਰ ਵੇਲੇ ਰਾਮ ਹੀ ਕਰੀ ਜਾਂਦਾ, ਕੰਮ ਕਰਦਾ ਹੀ ਕੋਈ ਨਹੀਂਗਾ। ਹਮਾਰੇ ਕੁੱਲ ਕੌਨੇ ਰਾਮ ਕਹਿਓ ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਪਇਓ। ਜਿੱਦਣ ਦਾ ਇਹ ਭਗਤੀ ਕਰਨ ਲੱਗਾ ਸਾਡੇ ਘਰ ਉਦਣ ਦਾ ਸੁੱਖ ਹੀ ਚਲਾ ਗਿਆ। ਗੁਰਮਤਿ ਕਹਿੰਦੀ ਭਗਤੀ ਕਰਨ ਨਾਲ ਸੁੱਖ ਆਉਂਦਾ ਹੈ, ਉਹ ਕਹਿੰਦੀ ਭਗਤੀ ਕਰਨ ਨਾਲ ਸੁੱਖ ਚਲਾ ਗਿਆ। ਇਹਨੂੰ ਕਹਿੰਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਰਸਤੇ ਅਲੱਗ-ਅਲੱਗ ਨੇ, ਆਈਡੀਓਲੋਜੀ ਜੁਦਾ ਹੈ। ਫਿਰ ਕਹਿੰਦੀ ਹੈ ਸੁਣੋ ਦਰਾਣੀ ਸੁਣੋ ਜਠਾਣੀ ਅਚਰਜ ਏਕ ਭਇਓ। ਇਹ ਮੇਰੀਓ ਦਰਾਣੀਓ ਜਠਾਣੀਓ ਧਿਆਨ ਨਾਲ ਮੇਰੀ ਗੱਲ ਸੁਣੋ, ਸਾਡੇ ਘਰ ਤੇ ਆ ਹੋਰ ਹੀ ਭਾਣਾ ਵਰਤ ਗਿਆ ਜੇ। ਉਹ ਕਹਿੰਦੀਆਂ ਨੇ ਕੀ ਭਾਣਾ ਵਰਤ ਗਿਆ? ਕਹਿਣ ਲੱਗੀਆਂ ਸਾਤ ਸੂਤ ਇਨ ਮੁੰਡੀਏ ਖੋਏ ਮੁੰਡਿਆ ਕਿਉਂ ਨਾ ਮੋਇਓ। ਸਾਤ ਸੂਤ ਸਾਤ। ਅੱਛਾ ਸਾਤ ਸੂਤ ਕਿਉਂ ਲਿਖਿਆ? ਸੂਤ ਸਾਤ ਹੀ ਲਿਖ ਦਿੰਦੇ। ਇਹਨੂੰ ਗ੍ਰਾਮਰ 'ਚ ਕਹਿੰਦੇ ਨੇ ਅਨਵੈ ਸਿਸਟਮ। ਐੜਾ ਨੰਨਾ ਵਾਵੇ ਨੂੰ ਦਲਾਵਾਂ, ਵਿਆਕਰਨ ਅਨਵੈ। ਸ਼ਾਇਰ ਲੋਕਾਂ ਨੂੰ ਕਵੀ ਲੋਕਾਂ ਨੂੰ ਇਹ ਅਧਿਕਾਰ ਹੁੰਦਾ ਹੈ ਕਿ ਆਪਣੇ ਕਾਵ ਰੂਪ ਦਾ ਤੋਲ ਪੂਰਾ ਕਰਨ ਲਈ, ਨਾਪ ਪੂਰਾ ਕਰਨ ਲਈ, ਉਹਦੀ ਰਵਾਨਗੀ ਨੂੰ ਬਰਕਰਾਰ ਰੱਖਣ ਵਾਸਤੇ ਉਹ ਅਗਲੇ ਸ਼ਬਦ ਨੂੰ ਪਿੱਛੇ ਤੇ ਪਿਛਲੇ ਨੂੰ ਅੱਗੇ ਕਰ ਸਕਦੇ ਨੇ। ਜਿਵੇਂ ਰਾਖੋ ਕੰਧ ਉਸਾਰੋ ਨੀਵਾਂ, ਇਦਾਂ ਹੋ ਸਕਦਾ ਵੀ ਜ਼ਮੀਨ ਤੋਂ 12 ਫੁੱਟ ਉੱਤੋਂ ਕੰਧ ਉਸਾਰਦੇ ਥੱਲੇ ਆਵੀਏ, ਤੇ ਪੋਸੀਬਲ ਹੀ ਨਹੀਂ। ਕੰਧ ਤੇ ਥੱਲੇ ਹੀ ਸ਼ੁਰੂ ਕਰਕੇ ਉੱਪਰ ਨੂੰ ਜਾਣਾ, ਪਰ ਉਹਨਾਂ ਨੂੰ ਅਧਿਕਾਰ ਹੈ। ਉਹ ਇਹ ਨਹੀਂ ਕਹਿੰਦੇ ਵੀ ਰਾਖੋ ਨੀਮ ਉਸਾਰੋ ਕੰਧਾ, ਉਹ ਕਹਿੰਦੇ ਨੇ ਰਾਖੋ ਕੰਧ ਉਸਾਰੋ ਨੀਵਾਂ 3.5 ਹਾਥ ਤੇਰੀ ਸੀਵਾਂ। ਇਹਨੂੰ ਅਨਵੈ ਸਿਸਟਮ ਕਹਿੰਦੇ ਆ। ਸਾਤ ਸੂਤ ਇਨ ਮੁੰਡੀਏ ਖੋਏ ਮੁੰਡਿਆ ਕਿਉਂ ਨਾ ਮੋਇਓ। ਸੂਤਰ ਸਾਤਰ ਇਹਨੇ ਖਿਆਲ ਹੀ ਨਹੀਂ ਕਰਦਾ। ਇੱਥੋਂ ਤੱਕ ਕਹਿ ਦਿੰਦੀ ਹੈ ਮਾਂ ਵੀ ਇਹ ਮਰ ਕਿਉਂ ਨਹੀਂ ਗਿਆ ਕਬੀਰ, ਇਹ ਤੇ ਮਰ ਜਾਏ ਤੇ ਚੰਗਾ, ਕਰਦਾ ਹੀ ਕੁਝ ਨਹੀਂ। ਸੁਣੋ ਦਿਰਾਨੀ ਸੁਣੋ ਜਠਾਨੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਏ ਖੋਏ। ਇਹ ਮੁੰਡਿਆ ਕਿਉਂ ਨਾ ਮੋਇਓ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਵਕਤ ਮੈਨੂੰ ਬਹੁਤ ਜ਼ਿਆਦਾ ਵਿਸਥਾਰ ਦੀ ਆਗਿਆ ਨਹੀਂ ਦਿੰਦਾ, ਕਿਉਂਕਿ ਪੰਕਚੁਅਲਿਟੀ ਬਹੁਤ ਜ਼ਰੂਰੀ ਹੈ, ਇਸ ਲਈ ਮੈਂ ਸੰਖੇਪ ਜੀ ਬੇਨਤੀ ਕਰਾਂ। आवत जात नाकसर होई रहाओ तुरी नार की छोटी बाता राम नाम वाका मन राता लड़की लड़कन खैबो नाहे। साडे घर लड़की ते लड़का मुंडे ते कुड़ी दे खाण वास्ते कुछ भी नहीं। मुंडिया आन दिन तापे जाए, पर इहदे जिहड़े दोस्त ने सतसंगी ने वो साडे घरों रज रज के जाते हैं। कोई पूछे भी जदों तुहाडे घर है ही कुछ नहीं तो साधु कित्थों रज रज के जाते सन। नहीं रिजक सी, उन्होंने गिला यह है भी ये साधु क्यों खा खा के जाते हैं। शायद गल समझ आ गई होगी। दुख इस गल का है भी सतसंगी क्यों आते हैं। कहते ने रात इस तरह लंघदी है, सवेर हुंदी है ते असीं दरवाजा खोलने ते सामने की तकने भी 3-4 जने बैठे ने। रात जेड़े रहे सन उन्होंने तो बाहर कढ़िया, अजे वो बाहर निकले भी नहीं ते सामने 3-4 जने होर लक नाल पोथियां बनिया ते सिर खुरके कबीर दा घर कित्थे। वो कहंदे आ सामने कबीर दा ही घर जे। अजे दिन चढ़दा नहीं ते 5-7 फिर आके इत्थे डेरा ला के बह जांदे। साडा ते जीना हराम होया पिया। सारा दिन उन्हां वास्ते लंगर प्रशादा बनांदे लंघ जांदा। एक दो मंदिर, एक दो बाट, 2-3 अंदर हुंदे ने घर दे, 2-3 रस्ते विच हुंदे ने। और जे रात पै जाए तो उन्होंने कहते हैं इत्थे ही रह जाओ, वो कहते रह जाने। जिहड़ियां 2 मंजियां ने 4 उन्होंने डाह दिंदे ने। असीं पुछीए असीं कित्थे समीए,
ਤੇ ਸਾਨੂੰ ਕਹਿੰਦੇ ਪੁੰਜੇ ਦਰੀਆਂ ਵਿਛਾ ਕੇ ਸੌਂ ਜਾਓ, ਉਹਨਾਂ ਨੂੰ ਮੰਜੀਆਂ ਤੇ ਸਾਨੂੰ ਪੁੰਜਾ। ਮੂੰਡ ਪਲੋਸ ਕਮਰ ਬੰਦ ਪੋਥੀ, ਸਿਰ ਖੁਰਕਦੇ ਹੁੰਦੇ ਨੇ, ਲੱਕ ਨਾਲ ਪੋਥੀਆਂ ਬੱਧੀਆਂ ਹੁੰਦੀਆਂ ਨੇ, ਤੇ ਜਿਹੜੇ 4 ਪ੍ਰਸ਼ਾਦੇ ਬਣਾਏ ਨੇ ਉਹਨਾਂ ਨੂੰ ਛਕਾ ਦਿੰਦੇ ਨੇ। ਅਸੀਂ ਪੁੱਛੀਏ ਵੀ ਅਸੀਂ ਕੀ ਖਾਈਏ, ਹੁਣ ਪ੍ਰਸ਼ਾਦੇ ਤੇ ਮੁੱਕ ਗਏ ਨੇ, ਤੇ ਸਾਨੂੰ ਕਹਿੰਦਾ ਉਹ ਗੁੱਠੇ ਭੁੱਜੇ ਛੋਲੇ ਪਏ ਨੇ, ਉਹ ਖਾ ਕੇ ਪਾਣੀ ਪੀ ਲਓ। ਸਾਨੂੰ ਛੋਲੇ ਚੱਬਣੇ ਪੈਂਦੇ ਨੇ। ਸਾਡੇ ਘਰ ਦਾ ਇਹ ਹਾਲ ਹੈ। ਮੂੰਡ ਪਲੋਸ ਕਮਰ ਬੰਦ ਪੋਥੀ, ਹਮਕੋ ਚਾਬਣ ਉनको ਰੋਟੀ। ਤੋ ਭਗਤਾਂ ਦੇ ਕਿਸੇ ਹੋਰ ਦਾ ਖਿਲਾਫ ਹੋ ਜਾਣਾ ਬਿਲਕੁਲ ਸਧਾਰਨ ਗੱਲ ਹੈ। ਉਹਦਾ ਤੇ ਪਰਿਵਾਰ ਵੀ ਉਹਦੇ ਖਿਲਾਫ ਹੋ ਜਾਂਦਾ। ਔਰ ਸਾਡੇ ਕੋਲ ਫਿਰ ਬੜਾ ਵੱਡਾ ਹਥਿਆਰ ਹੁੰਦਾ ਵੀ ਇਹਦਾ ਤੇ ਪਰਿਵਾਰ ਵੀ ਇਹਦੇ ਆਖੇ ਨਹੀਂ ਲੱਗਦਾ। ਇਹ ਵੱਡਾ ਆਇਆ ਪ੍ਰਚਾਰਕ, ਸਾਨੂੰ ਪ੍ਰਚਾਰ ਕਰਨ ਵਾਲਾ, ਇਹਦਾ ਤੇ ਆਪਣਾ ਪਰਿਵਾਰ ਇਹਦੇ ਆਖੇ ਨਹੀਂ ਲੱਗ। ਉਹ ਭਾਈ ਜਿਹੜਾ ਸਹੀ ਮੈਨੇ ਭਗਤੀ ਦੇ ਮਾਰਗ ਤੇ ਚੱਲ ਰਿਹਾ ਨਾ, ਉਹਦਾ ਪਰਿਵਾਰ ਨਹੀਂ ਆਖੇ ਲੱਗੇਗਾ। ਇਹ ਮੈਂ ਨਹੀਂ ਕਹਿੰਦਾ, ਹਜ਼ੂਰ ਕਹਿ ਰਹੇ ਨੇ। ਕਿਉਂਕਿ ਉਹਨਾਂ ਦਾ ਕੰਪੀਟੀਸ਼ਨ ਹੁੰਦਾ ਸੰਸਾਰੀ ਲੋਕਾਂ ਨਾਲ। ਫਲਾਣਾ ਪ੍ਰਚਾਰਕ ਜਾਂਦਾ ਇੰਨੇ ਰੁਪਈਏ ਲੈ ਕੇ ਆਉਂਦਾ, ਤੂੰ ਕੀ ਲੈ ਕੇ ਆਉਣਾ? ਉਹ ਕੰਪੇਅਰ ਉਹਨਾਂ ਨਾਲ ਕਰਦੇ ਨੇ। ਉਹਨਾਂ ਨੂੰ ਲਾਈਫ ਸਟਾਈਲ ਨਾਲ ਕੋਈ ਮਤਲਬ ਨਹੀਂ। ਪਰਿਵਾਰ ਇਸ ਤਰ੍ਹਾਂ ਹੀ ਕਰਦਾ। ਜਦੋਂ 84 ਵਿੱਚ ਆ ਬਿਧ ਬਣੀ ਤੇ ਜਿਵੇਂ ਦੇ ਮਾਹੌਲ ਸਨ, ਬਿਲਕੁਲ ਯੰਗ ਸਾਂ, 21-22 ਸਾਲ ਦੀ ਉਮਰ ਸੀ, ਜਜ਼ਬਾਤੀ ਵੀ ਸਾਂ। ਉੱਥੋਂ ਚਲੋ ਸਾਰੇ ਸਿੱਖ ਫੌਜੀ ਜਿਹੜੇ ਨੇ ਬਹੁਤਾਤ ਉੱਥੋਂ ਬੈਰਕਾਂ ਛੱਡੀਆਂ, ਕੁਝ ਰਸਤੇ 'ਚ ਮਾਰੇ ਗਏ, ਕੋਈ ਅਰੈਸਟ ਹੋਏ। ਤੋ ਜਿਹੜੇ ਨਾਲ ਦੇ ਮੁੰਡੇ ਸਨ ਪੰਜਾਬ ਦੇ, ਹਰਿਆਣੇ ਦੇ, ਉਹਨਾਂ ਦਾ ਘਰ ਆਉਣ ਜਾਣ ਰਿਹਾ। ਉਹਨਾਂ ਨੇ ਕਈ ਵਾਰ ਦਿਹਾੜੀ 2 ਦਿਹਾੜੀਆਂ ਆ ਕੇ ਰਹਿਣਾ। ਬਾਪੂ ਨੇ ਗੱਲਾਂ ਕਰਨੀਆਂ, ਪੁੱਤਰ ਤੂੰ ਕਿੱਥੇ ਵੇਂ? ਮੈਂ ਤੇ ਜੀ ਬੇਗੂਸਰਾਏ ਆ, ਤੂੰ ਕਿੱਥੇ ਵੇਂ? ਮੈਂ ਤੇ ਜੀ ਜਹਾਨ ਖਿੱਲਾ ਵਾਂ, ਮੈਂ ਉੱਥੇ ਆ। ਬਾਪੂ ਮੈਂ ਹੁਣ ਅਸਿਸਟੈਂਟ ਕਮਾਂਡੈਂਟ ਬਣ ਗਿਆ ਵਾਂ। ਕਿਸੇ ਨੇ ਕਹਿਣਾ ਮੈਂ ਕਮਾਂਡੈਂਟ ਬਣ ਗਿਆ ਵਾਂ, ਕਿਸੇ ਨੇ ਕਹਿਣਾ ਮੈਂ ਕੰਪਨੀ ਕਮਾਂਡਰ ਬਣ ਗਿਆ ਵਾਂ। ਤੇ ਬਾਪੂ ਨੇ ਮੇਰੇ ਵੱਲ ਵੇਖਣਾ ਵੀ ਇਹ ਤੇ ਗੁਰਦੁਆਰੇ ਦਾ ਭਾਈ ਬਣ ਗਿਆ। ਉਹਨਾਂ ਕਹਿਣਾ ਵੀ ਅਸੀਂ 5 ਲੱਖ 'ਚ ਪੈਂਦੇ ਹਾਂ ਗੌਰਮੈਂਟ ਨੂੰ। ਬੰਗਲਾ ਵੀ ਮਿਲਿਆ, ਜੀਪ ਵੀ ਮਿਲੀ ਹੈ, ਡਰਾਈਵਰ ਵੀ ਮਿਲਿਆ, ਵਾਟਰ ਕੈਰੀਅਰ ਵੀ ਮਿਲਿਆ, 2 ਸਰਵੈਂਟ ਵੀ ਮਿਲੇ ਨੇ। ਤੇ ਉਸ ਵੇਲੇ ਫਿਰ ਉਹਨੇ ਆਖਣਾ ਵੀ ਤੂੰ ਬੜੀ ਨਲਾਇਕੀ ਕੀਤੀ ਹੈ। ਇਹ ਸੰਸਾਰੀਆਂ ਦੀ ਦ੍ਰਿਸ਼ਟੀ ਹੈ। ਆਪਣੇ ਲਿਹਾਜ਼ ਨਾਲ ਉਹ ਠੀਕ ਸੀ। 2 ਸਾਲ ਪਹਿਲਾਂ ਬਾਪੂ ਨੇ ਚੜ੍ਹਾਈ ਕੀਤੀ ਹੈ, ਪੂਰੀ ਸੈਂਚਰੀ ਮਾਰ ਕੇ ਗਿਆ, 100 ਸਾਲ ਦਾ ਹੋ ਗਿਆ। ਪਰ ਉਹ ਅਕਸਰ ਕਹਿ ਦਿੰਦਾ ਹੁੰਦਾ ਸੀ ਬਈ ਵੇਖ ਆ ਤੇਰੇ ਨਾਲ ਦੇ ਕਿੱਥੇ ਪਹੁੰਚੇ ਹੋਏ ਨੇ। ਇਹ ਆਈਡੀਓਲੋਜੀ ਹੈ। ਤੋ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਪਰਿਵਾਰ ਕਹਿੰਦਾ ਵੀ ਸਾਡਾ ਜੀਣਾ ਹਰਾਮ ਹੋਇਆ ਪਿਆ। ਮੈਂ ਮੌਜ ਵਿੱਚ ਆ ਪਰ ਪਰਿਵਾਰ ਮੇਰੇ ਤੋਂ ਦੁਖੀ ਹੈ। ਹੁਣ ਜਦੋਂ ਅਸੀਂ ਧਾਰਮਿਕ ਬੰਦਿਆਂ ਦੀ ਆਲੋਚਨਾ ਹੁੰਦੀ ਹੈ, ਘਰ ਦੇ ਵੀ ਉਹਨਾਂ ਨੂੰ ਦੁਰਕਾਰਦੇ ਨੇ। ਇੱਥੇ ਵੀ ਹੁਣ ਕਈ ਛੱਡ ਕੇ ਟਰੱਕ ਚਲਾਉਣ ਲੱਗ ਪਏ ਨਾ। ਜਿੰਨਾ ਐਕਸੀਲੇਟਰ ਪ੍ਰੈਸ ਕਰੋਗੇ ਉਹਨੇ ਡਾਲਰ ਛਪਣੇ ਨੇ। ਤੋ ਕਈ ਵਾਰ ਪਰਿਵਾਰ ਤੇ ਸਾਰਿਆਂ ਦੀ ਇਸ ਤਰ੍ਹਾਂ ਸੋਚਦੇ ਨਾ ਵੀ ਬਾਪੂ ਤੂੰ ਵੀ ਇਸ ਤਰ੍ਹਾਂ ਕਰ ਹੀ ਸਕਣਾ। ਤੂੰ ਸਾਰਾ ਦਿਨ ਗੁਰਦੁਆਰੇ ਦੀਆਂ ਮੰਜੀਆਂ ਤੋੜਨਾ, ਸਵੇਰੇ ਸ਼ਾਮ ਕਥਾ ਕਰਕੇ ਤੂੰ ਵੀ ਕੁਛ ਕਰ ਲਿਆ ਕਰ। ਫਿਰ ਕੋਈ ਕਹੇ ਵੀ ਬਾਬਾ ਜੀ ਤੁਹਾਡਾ ਤੇ ਪਰਿਵਾਰ ਵੀ ਤੁਹਾਡੇ ਨਾਲ ਸਹਿਮਤ ਨਹੀਂ, ਮੁੰਡਾ ਵੀ ਸਹਿਮਤ ਨਹੀਂ, ਕੁੜੀ ਵੀ ਸਹਿਮਤ ਨਹੀਂ। ਬਈ ਮੁੰਡੇ ਕੁੜੀ ਨੂੰ ਤੇ ਗੱਫੇ ਦਿਓਗੇ ਤੇ ਸਹਿਮਤ ਹੋਣਗੇ, ਤੇ ਜੇ ਧਰਮ ਪ੍ਰਚਾਰ ਦੀ ਸੇਵਾ ਲੈਣੀ ਹੈ ਤੇ ਹੋ ਸਕਦਾ ਉਹ ਨਾਰਾਜ਼ ਵੀ ਹੋ ਜਾਣ। ਕਿਉਂਕਿ ਫਿਰ ਦੁਹਰਾ ਦਿਆਂ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਮੂੰਡ ਪਲੋਸ ਕਮਰ ਬੰਦ ਪੋਥੀ, ਹਮਕੋ ਚਾਬਣ ਉनको ਰੋਟੀ, ਮੁੰਡਿਆ ਮੁੰਡਿਆ ਹੋਏ ਏਕ। ਇਹ ਹੁਣ ਕਬੀਰ ਸਾਹਿਬ ਆਪਣਾ ਵਿਚਾਰ, ਉੱਪਰ ਪਰਿਵਾਰ ਦਾ ਵਿਚਾਰ ਹੈ। ਇਹ ਸਤ ਸੰਗੀਆਂ ਨਾਲ ਸਤ ਸੰਗੀ ਇਸ ਤਰ੍ਹਾਂ ਮਿਲ ਜਾਂਦੇ ਜਿਵੇਂ ਪਾਣੀ 'ਚ ਪਾਣੀ ਹਲੂਲ ਹੋ ਜਾਂਦਾ। ਇਹਨਾਂ ਦੇ ਵਿਚਾਰ ਮਿਲ ਜਾਂਦੇ ਨੇ। ਇਹ ਮੁੰਡਿਆ ਬੂਢਤ ਕੀ ਟੇਕ, ਇਹ ਸਤ ਸੰਗੀ ਭਵਸਾਗਰ 'ਚ ਡੁੱਬਣ ਤੋਂ ਬਚਾਉਂਦੇ ਨੇ। ਪਰ ਜਿਹੜੇ ਤੁਸੀਂ ਦਿਨਾਰ ਇਕੱਠੇ ਕਰਦੇ ਹੋ, ਡਾਲਰ ਇਕੱਠੇ ਕਰਦੇ ਹੋ, ਰੁਪਈਏ ਇਕੱਠੇ ਕਰਦੇ ਹੋ, ਇਹ ਭਵਸਾਗਰ 'ਚ ਡੁੱਬਣ ਤੋਂ ਨਹੀਂ ਬਚਾ ਸਕਦੇ। ਇੱਥੇ ਤੇ ਕੰਮ ਬਹੁਤ ਆਉਂਦੇ ਨੇ। ਇੱਥੇ ਤੇ ਬੰਦਾ ਹੀ ਉਹਨੂੰ ਸਮਝਿਆ ਜਾਂਦਾ ਜਿਹਦੇ ਕੋਲ 4 ਹੈਗੇ ਨੇ, ਜਿਹਦੇ ਕੋਲ ਨਹੀਂ ਉਹਨੂੰ ਕੌਣ ਪੁੱਛਦਾ। ਮੁੰਡਿਆ ਮੁੰਡਿਆ ਹੋਏ ਏਕ, ਇਹ ਮੁੰਡਿਆ ਬੂਢਤ ਕੀ ਟੇਕ, ਸੁਣ ਅੰਧਲੀ ਲੋਈ ਬੇਪੀਰ, ਇਨ ਮੁੰਡਿਆਨ ਭਜ ਸ਼ਰਨ ਕਬੀਰ।
ਲੋਈ ਦੇ ਅਰਥ ਦੁਨੀਆਵੀ ਨੇ। ਲੋਈ ਕਬੀਰ ਸਾਹਿਬ ਦੀ ਧਰਮ ਪਤਨੀ ਦਾ ਵੀ ਨਾਂ ਸੀ। ਤੂੰ ਵੀ ਇਹਨਾਂ ਸਤ ਸੰਗੀਆਂ ਦੀ ਸ਼ਰਨ ਵਿੱਚ ਆਏ, ਤੇਰਾ ਲੋਕ ਪਰਲੋਕ ਸੁਹੇਲਾ ਕਰਨਗੇ। ਇਹਨਾਂ ਸਤ ਸੰਗੀਆਂ ਤੋਂ ਦੁਖੀ ਨਾ ਹੋ, ਇਹਨਾਂ ਸਤ ਸੰਗੀਆਂ ਦੀ ਆਲੋਚਨਾ ਨਾ ਕਰ। ਇਹਨਾਂ ਸਤ ਸੰਗੀਆਂ ਦੀ ਬਰਕਤ ਨਾਲ ਹੀ ਮੈਂ ਆਪਣਾ ਜੀਵਨ ਸਫਲ ਕਰਨਾ ਹੈ। ਸੋ ਗੁਰੂ ਸੰਗਤ ਜੀ, ਕਿਉਂਕਿ ਗੁਰਮਤ ਵਿਚਾਰਾਂ ਲਈ ਜੋ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਉਹ ਸਮਾਪਤ ਹੈ, ਲਿਹਾਜ਼ਾ ਮੈਂ ਆਪਣੀਆਂ ਵਿਚਾਰਾਂ ਨੂੰ ਇੱਥੇ ਸੰਕੋਚਨ ਦੀ ਆਪ ਜੀ ਤੋਂ ਆਗਿਆ ਚਾਹਾਂਗਾ। ਹਾਲਾਂਕਿ ਦੋ ਇੱਕ ਸ਼ਬਦ ਮੈਂ ਹੋਰ ਸੋਚ ਕੇ ਆਇਆ ਸਾਂ ਜਿਹੜੇ ਬੜੇ ਟੁਕਦੇ ਨੇ, ਫਿਰ ਕਿਤੇ ਬਿਧ ਬਣੀ ਤੇ ਅਰਜ਼ ਕਰਾਂਗਾ। ਬੇਨਤੀਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਉਹਨਾਂ ਵਾਸਤੇ ਮੈਂ ਆਪ ਜੀ ਤੋਂ ਖਿਮਾ ਦਾ ਜਾਚਕ ਹਾਂ। ਆਓ ਸਨਮਾਨਯੋਗ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ, ਤਿੰਨਾਂ ਪਾਸੋਂ ਆਨੰਦ ਸਾਹਿਬ ਦੇ ਜਾਪ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਕਥਾ ਸਮਾਪਤੀ ਦੀ ਫਤਿਹ ਦੇ ਨਾਲ ਨਾਲ ਆਪ ਸਾਰਿਆਂ ਪਾਸੋਂ ਅਸੀਸ ਦੀ ਵੀ ਯਾਚਨਾ ਕਰ ਰਿਹਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।